ਬਹੁਤ ਪਹਿਲਾਂ ਦੀ ਗੱਲ ਹੈ। ਇੱਕ ਗਰੀਬ ਪਰ ਦਿਲ ਦਾ ਅਮੀਰ ਮੁੰਡਾ ਸੀ, ਨਾਮ ਅਲਾਦੀਨ। ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਅਤੇ ਪੈਸੇ ਕਮਾਉਣ ਵਾਸਤੇ ਔਖੇ ਤੋਂ ਔਖੇ ਕੰਮ ਕਰਦਾ ਸੀ ਤਾਂ ਕਿ ਉਹਨਾਂ ਦਾ ਘਰ ਚੱਲ ਸਕੇ। ਇੱਕ ਦਿਨ ਬਾਜ਼ਾਰ ਵਿੱਚ ਵੇਚਣ ਵਾਸਤੇ ਕੇਲੇ ਲੈਣ ਲਈ ਉਹ ਬਹੁਤ ਦੂਰ ਇੱਕ ਥਾਂ ਜਾ ਰਿਹਾ ਸੀ। ਅਚਾਨਕ ਉਹਨੂੰ ਇੱਕ ਬੰਦਾ ਮਿਲਿਆ ਜਿਹਦੀ ਦਾੜੀ ਸੰਘਣੀ ਅਤੇ ਕੱਦ ਲੰਮਾ ਸੀ। ਉਹ ਆਪਣੇ ਹੱਥ 'ਚ ਸੋਨੇ ਦਾ ਸਿੱਕਾ ਦਿਖਾਉਂਦੇ ਹੋਏ ਬੋਲਿਆ, ਮੇਰੇ ਪੁੱਤਰ, ਮੈਂ ਤੇਰੇ ਪਿਓ ਦਾ ਬਚਪਨ ਦਾ ਦੋਸਤ ਹਾਂ। ਕੀ ਤੈਨੂੰ ਇਹ ਸੋਨੇ ਦਾ ਸਿੱਕਾ ਚਾਹੀਦਾ ਹੈ? ਸੋਨੇ ਦਾ? ਇੰਨਾ ਤਾਂ ਮੈਂ ਜ਼ਿੰਦਗੀ ਭਰ ਕੇਲੇ ਵੇਚ-ਵੇਚ ਕੇ ਵੀ ਨਹੀਂ ਕਮਾ ਪਾਵਾਂਗਾ। ਉਸ ਬੰਦੇ ਨੇ ਅਲਾਦੀਨ ਨੂੰ ਉੱਥੇ ਹੀ ਪੱਥਰ ਦੇ ਥੱਲੇ ਇੱਕ ਟੋਇਆ ਵਿਖਾਇਆ ਅਤੇ ਉਹਨੂੰ ਉੱਥੇ ਜਾਣ ਲਈ ਕਿਹਾ। ਅਲਾਦੀਨ ਨੂੰ ਇਹ ਕੰਮ ਬੜਾ ਸੌਖਾ ਲੱਗਿਆ। ਦੋਨਾਂ ਨੇ ਰਲ ਕੇ ਉਸ ਪੱਥਰ ਨੂੰ ਹਟਾਇਆ ਅਤੇ ਉੱਥੇ ਨਿਕਲੀ ਇੱਕ ਗੁਫਾ। ਆਪਣੀ ਨਿੱਕੀ ਜਿਹੀ ਕੱਦ ਕਾਠੀ ਨੂੰ ਲੈ ਕੇ ਅਲਾਦੀਨ ਉਸ ਦੇ ਅੰਦਰ ਚਲਾ ਗਿਆ ਅਤੇ ਉੱਥੇ ਪੌੜੀਆਂ ਤੋਂ ਉਤਰਦੇ ਹੋਏ ਥੱਲੇ ਜਾਂਦਾ ਰਿਹਾ। ਜਦੋਂ ਹੀ ਥੱਲੇ ਪਹੁੰਚਿਆ ਤਾਂ ਵੇਖਿਆ ਕਿ ਉਸ ਗੁਫਾ ਵਿੱਚ ਰੋਸ਼ਨੀ ਇੱਕ ਪੁਰਾਣੇ ਜਿਹੇ ਚਿਰਾਗ 'ਚੋਂ ਆ ਰਹੀ ਸੀ। ਉਹ ਚੌਂਕ ਗਿਆ ਜਦੋਂ ਉਹਨੇ ਵੇਖਿਆ ਉੱਥੇ ਪਿਆ ਖਜ਼ਾਨਾ, ਹੀਰੇ, ਮੋਤੀ, ਸੋਨਾ ਕੀ ਨਹੀਂ ਸੀ। ਇਹ ਸਭ ਦੇਖ ਹੀ ਰਿਹਾ ਸੀ ਅਲਾਦੀਨ ਕਿ ਉੱਪਰੋਂ ਇੱਕ ਆਵਾਜ਼ ਆਈ ਜਿਨੇ ਉਹਨੂੰ ਡਰਾ ਹੀ ਦਿੱਤਾ। ਕਾਕਾ, ਤੈਨੂੰ ਇੱਕ ਚਿਰਾਗ ਮਿਲਿਆ ਹੋਣਾ ਹੈ, ਉਹਨੂੰ ਬੁਝਾ ਕੇ ਮੇਰੇ ਕੋਲ ਲਿਆ, ਛੇਤੀ ਚੱਲ। ਅਲਾਦੀਨ ਨੂੰ ਅਜੀਬ ਲੱਗਿਆ ਕਿ ਇੰਨੀ ਸਾਰੀ ਧਨ ਦੌਲਤ ਨੂੰ ਛੱਡ ਕੇ ਉਸ ਬੰਦੇ ਨੂੰ ਚਾਹੀਦਾ ਹੈ ਸਿਰਫ ਇਹ ਪੁਰਾਣਾ ਜਿਹਾ ਚਿਰਾਗ। ਕੋਈ ਐਦਾਂ ਕਿਉਂ ਕਰੇਗਾ? ਹੁਣ ਅਲਾਦੀਨ ਨੂੰ ਡਰ ਲੱਗਣ ਲੱਗਿਆ। ਅਲਾਦੀਨ ਚਿਰਾਗ ਲੈ ਕੇ ਪੌੜੀਆਂ ਤੇ ਉੱਪਰ ਜਾਣ ਲੱਗਿਆ, ਪਰ ਇੰਨੇ 'ਚ ਉਹ ਬੰਦਾ ਚਿल्ला ਪਿਆ, ਦੇ ਮੈਨੂੰ ਇਹ ਚਿਰਾਗ ਛੇਤੀ ਨਾਲ। ਅਲਾਦੀਨ ਨੂੰ ਉਹਦਾ ਚੱਕਰ ਸਮਝ ਨਹੀਂ ਆ ਰਿਹਾ ਸੀ। ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਜੇ ਤੂੰ ਮੈਨੂੰ ਇਹ ਚਿਰਾਗ ਨਹੀਂ ਦਿੱਤਾ ਤਾਂ ਮੈਂ ਤੈਨੂੰ ਇਸੇ ਗੁਫਾ ਵਿੱਚ ਬੰਦ ਕਰ ਦਿਆਂਗਾ। ਹੁਣ ਅਲਾਦੀਨ ਨੂੰ ਸਮਝ ਆ ਗਿਆ ਕਿ ਉਹਦੇ ਇਰਾਦੇ ਨੇਕ ਨਹੀਂ। ਨਹੀਂ, ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਬੇਵਕੂਫ, ਹੁਣ ਤੇਰੀ ਖੈਰ ਨਹੀਂ। ਓਏ, ਬੰਦ ਨਾ ਕਰੋ ਮੈਨੂੰ। ਉਸ ਬੰਦੇ ਨੇ ਪੱਥਰ ਨਾਲ ਗੁਫਾ ਨੂੰ ਬੰਦ ਤਾਂ ਕਰ ਦਿੱਤਾ, ਪਰ ਉਹਦੀ ਮੁੰਦਰੀ ਥੱਲੇ ਡਿੱਗ ਗਈ ਅਤੇ ਪੁੱਜੀ ਅਲਾਦੀਨ ਕੋਲ। ਉਹਨੇ ਚੁੱਕਿਆ ਅਤੇ ਆਪਣੀ ਉਂਗਲੀ 'ਚ ਪਾ ਲਿਆ। ਪਾਉਂਦੇ ਹੀ ਗੁਫਾ ਦੇ ਅੰਦਰ ਬੱਦਲ ਜਿਹੇ ਹੋ ਗਏ ਅਤੇ ਉਹਦੇ 'ਚੋਂ ਨਿਕਲਿਆ ਇੱਕ ਵੱਡਾ ਜਿਹਾ ਜੀਵ। ਡਰ ਦੇ ਮਾਰੇ ਅਲਾਦੀਨ ਫੁੱਸ ਹੋ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ, ਸਿਰਫ 3 ਚੀਜ਼ਾਂ ਹੀ ਮੰਗ ਸਕਦਾ ਹੈ, ਸਿਰਫ 3। ਮੈਂ ਘਰ ਜਾਣਾ ਹੈ। ਪਲਕ ਝਪਕਦੇ ਹੀ ਅਲਾਦੀਨ ਆਪਣੇ ਘਰ ਪਹੁੰਚ ਗਿਆ। ਅਲਾਦੀਨ ਨੂੰ ਵੇਖ ਕੇ ਉਹਦੀ ਮਾਂ ਚੀਖ ਪਈ। ਅਲਾਦੀਨ ਨੇ ਮਾਂ ਨੂੰ ਸਾਰੀ ਕਹਾਣੀ ਦੱਸੀ, ਉਹ ਬੰਦਾ, ਉਹ ਗੁਫਾ, ਉਹ ਖਜ਼ਾਨਾ ਅਤੇ ਉਹ ਚਿਰਾਗ। ਅਲਾਦੀਨ ਉਸ ਚਿਰਾਗ ਤੋਂ ਤੁਲ ਚਾੜਨ ਹੀ ਲੱਗਾ ਸੀ ਕਿ ਉਹਦੇ 'ਚੋਂ ਧੂਆਂ ਨਿਕਲਿਆ ਅਤੇ ਪੂਰੇ ਕਮਰੇ 'ਚ ਭਰ ਗਿਆ ਅਤੇ ਉਹਦੇ 'ਚੋਂ ਨਿਕਲਿਆ ਜਿਨੀ। ਵਾਹ ਜੀ ਵਾਹ, ਹਾ, ਕਈ ਵਰਿਆਂ ਤੋਂ ਮੈਂ ਇਸ ਚਿਰਾਗ 'ਚ ਬੰਦ ਸੀ, ਤੁਸੀਂ ਮੈਨੂੰ ਕੱਢ ਲਿਆ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਹ ਹੁਣ ਕਿਹੜੀ ਨਵੀਂ ਮੁਸੀਬਤ ਹੈ? ਇਹੀ ਸੋਚ ਕੇ ਅਲਾਦੀਨ ਅਤੇ ਮਾਂ ਉਹਨੂੰ ਦੇਖਦੇ ਰਹੇ। ਜਿਨੀ ਫੇਰ ਬੋਲਿਆ, ਬੋਲੋ ਹਜ਼ੂਰ, ਕੀ ਫਰਮਾਇਸ਼ ਹੈ? ਠੀਕ ਹੈ, ਮੇਰੇ ਲਈ ਜਾ ਕੇ ਸਵਾਦਿਸ਼ਟ ਖਾਣਾ ਲਿਆਓ। ਅਚਾਨਕ ਇੱਕ ਖਾਣ ਦੀ ਟੇਬਲ ਆ ਗਈ ਅਤੇ ਫਿਰ ਉਹਦੇ ਉੱਤੇ ਸ਼ਾਨਦਾਰ ਖਾਣਾ, ਪੀਣ ਲਈ ਸ਼ਰਬਤ ਅਤੇ ਪੇਸਟਰੀਜ਼ ਅਤੇ ਇੱਕ ਫੂਲਦਾਨ ਵੀ। ਉਸ ਦਿਨ ਤੋਂ ਅਲਾਦੀਨ ਅਤੇ ਮਾਂ ਜੋ ਵੀ ਚਾਹੁੰਦੇ ਸੀ ਜਿੰਨੀ ਲਿਆ ਦਿੰਦਾ ਸੀ। ਉਹ ਖੁਸ਼ੀ ਤੇ ਸ਼ੌਕ ਨਾਲ ਰਹਿਣ ਲੱਗ ਪਏ। ਐਦਾਂ ਹੀ ਵਕਤ ਗੁਜ਼ਰਦਾ ਰਿਹਾ।
ਇੱਕ ਦਿਨ ਉਹ ਬਾਜ਼ਾਰ ਗਿਆ ਤਾਂ ਉਹਨੂੰ ਦਿਖੀ ਇੱਕ ਪਾਲਕੀ। ਪਤਾ ਲੱਗਿਆ ਕਿ ਉਹਦੇ ਵਿੱਚ ਸੀ ਬਾਦਸ਼ਾਹ ਦੀ ਬੇਟੀ ਪ੍ਰਿੰਸੈਸ ਜੈਸਮੀਨ। ਅਲਾਦੀਨ ਨੇ ਉਹਦਾ ਚਿਹਰਾ ਦੇਖਿਆ ਅਤੇ ਉਹਨੂੰ ਪਿਆਰ ਹੋ ਗਿਆ। ਉਹਨੇ ਮਾਂ ਨੂੰ ਜੈਸਮੀਨ ਦੇ ਬਾਰੇ ਦੱਸਿਆ। ਮਾਂ ਨੇ ਜਿੰਨੀ ਤੋਂ ਸੰਦੂਕ ਭਰ ਕੇ ਸੋਨਾ ਲਿੱਤਾ ਅਤੇ ਬਾਦਸ਼ਾਹ ਨੂੰ ਦੇਣ ਰਾਜ ਮਹਿਲ ਗਈ। ਉੱਥੇ ਦੇ ਸਿਪਾਹੀ ਉਹ ਸੰਦੂਕ ਬਾਦਸ਼ਾਹ ਕੋਲ ਲੈ ਗਏ ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਮਾਂ ਨੂੰ ਮਿਲਣ ਲਈ ਕਿਹਾ। ਮਾਂ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਪਿਆਰ ਬਾਰੇ ਦੱਸਿਆ ਤੇ ਬਾਦਸ਼ਾਹ ਨੇ ਚਾਹਿਆ ਕਿ ਅਲਾਦੀਨ ਆਪਣੀ ਅਮੀਰੀ ਤੇ ਤਾਕਤ ਨੂੰ ਸਾਬਤ ਕਰੇ। ਜੇ ਤੁਹਾਡਾ ਮੁੰਡਾ ਮੇਰਾ ਜਵਾਈ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਕਹੋ ਕਿ 40 ਨੌਕਰਾਂ ਦੇ ਹੱਥ 40 ਸੰਦੂਕ ਭੇਜੇ ਜੋ ਹੀਰੇ ਮੋਤੀ ਸੋਨੇ ਚਾਂਦੀ ਨਾਲ ਭਰੇ ਹੋਣ ਅਤੇ ਉਹਨਾਂ ਦੇ ਮਗਰ 40 ਸਿਪਾਹੀ ਹੋਣ ਉਹਨਾਂ ਦੀ ਸੁਰੱਖਿਆ ਲਈ। ਇਹ ਸੁਣ ਕੇ ਅਲਾਦੀਨ ਦੀ ਮਾਂ ਉਦਾਸ ਹੋ ਕੇ ਮੁੜ ਕੇ ਘਰ ਆ ਗਈ। ਉਹਨਾਂ ਨੂੰ ਯਕੀਨ ਸੀ ਕਿ ਜਿੰਨੀ ਇਹ ਸਭ ਤਾਂ ਨਹੀਂ ਦੇ ਪਾਵੇਗਾ। ਅਲਾਦੀਨ ਨੇ ਫੇਰ ਤੋਂ ਚਿਰਾਗ ਦੇ ਜਿੰਨੀ ਨੂੰ ਸੱਦਿਆ। ਬੋਲੋ ਹਜ਼ੂਰ, ਕੀ ਫਰਮਾਇਸ਼ ਹੈ? ਅਲਾਦੀਨ ਨੇ ਉਹਨੂੰ ਬਾਦਸ਼ਾਹ ਦੀ ਮੰਗ ਦੱਸੀ। ਇਹ ਸੁਣ ਕੇ ਜਿੰਨੀ ਨੇ ਤਾੜੀ ਮਾਰੀ ਅਤੇ ਉਥੋਂ ਦੇ ਉੱਥੇ ਹੀ ਖਜ਼ਾਨਾ ਲੈ ਕੇ 40 ਨੌਕਰ ਤੇ 40 ਸਿਪਾਹੀ ਪ੍ਰਗਟ ਹੋ ਗਏ। ਬਾਦਸ਼ਾਹ ਨੇ ਵੇਖਿਆ ਕਿ ਜੋ ਵੀ ਮੰਗਿਆ ਸੀ ਉਹਨਾਂ ਨੇ ਅਲਾਦੀਨ ਨੇ ਪੂਰਾ ਕਰ ਦਿੱਤਾ ਅਤੇ ਉਹ ਖੁਸ਼ ਹੋ ਗਏ। ਉਹਨਾਂ ਨੇ ਸੋਚਿਆ ਕਿੰਨਾ ਪੈਸਾ ਹੈ ਮੁੰਡੇ ਕੋਲ। ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਇੱਕ ਮਹਿਲ ਵਰਗੇ ਘਰ 'ਚ ਰਹੇ। ਜੇ ਉਹਨੂੰ ਏਦਾਂ ਦਾ ਘਰ ਦੇ ਸਕਦੇ ਹੋ ਤਾਂ ਹੀ ਵਿਆਹ ਦੀ ਗੱਲ ਸੋਚੋ। ਅਲਾਦੀਨ ਨੇ ਬਾਦਸ਼ਾਹ ਦੀ ਇੱਛਾ ਜਿੰਨੀ ਨੂੰ ਦੱਸੀ। ਜਿੰਨੀ ਨੇ ਫੇਰ ਤੋਂ ਤਾੜੀ ਮਾਰੀ ਅਤੇ ਉਸੇ ਵੇਲੇ ਇੱਕ ਵੱਡਾ ਸ਼ਾਨਦਾਰ ਮਹਿਲ ਉਹਦੇ ਸਾਹਮਣੇ ਬਣ ਗਿਆ। ਅਲਾਦੀਨ ਨੂੰ ਭਰੋਸਾ ਨਹੀਂ ਹੋ ਰਿਹਾ ਸੀ। ਬਾਦਸ਼ਾਹ ਨੂੰ ਲੱਗਿਆ ਅਲਾਦੀਨ ਤੋਂ ਅਮੀਰ ਮੁੰਡਾ ਨਹੀਂ ਮਿਲੇਗਾ ਕਦੀ ਵੀ। ਉਹਨਾਂ ਦਾ ਵਿਆਹ ਧੂਮ-ਧਾਮ ਨਾਲ ਹੋਇਆ ਅਤੇ 3 ਦਿਨ ਤੱਕ ਜਸ਼ਨ ਚੱਲਦਾ ਰਿਹਾ। ਸਾਰਿਆਂ ਨੂੰ ਅਲਾਦੀਨ ਦੀ ਕਿਸਮਤ ਅਤੇ ਅਮੀਰੀ ਬਾਰੇ ਪਤਾ ਸੀ, ਪਰ ਅਲਾਦੀਨ ਅਤੇ ਉਹਦੀ ਮਾਂ ਨੇ ਜੈਸਮੀਨ ਨੂੰ ਜਿੰਨੀ ਦੇ ਬਾਰੇ ਨਹੀਂ ਦੱਸਿਆ। ਇੱਕ ਦਿਨ ਅਲਾਦੀਨ ਦੇ ਮਹਿਲ ਕੋਲ ਇੱਕ ਬੰਦਾ ਆਇਆ। ਪੁਰਾਣੇ ਚਿਰਾਗ ਦੇ ਦਿਓ, ਪੁਰਾਣੇ ਚਿਰਾਗ ਦੇ ਦਿਓ ਅਤੇ ਉਸ ਦੇ ਬਦਲੇ ਵਿੱਚ ਨਵੇਂ ਲੈ ਲਓ। ਪੁਰਾਣੇ ਚਿਰਾਗ ਦੇ ਦਿਓ ਅਤੇ ਨਵੇਂ ਲੈ ਲਓ। ਜੈਸਮੀਨ ਨੇ ਇਹ ਆਵਾਜ਼ ਸੁਣੀ। ਉਹਨੇ ਸੋਚਿਆ ਕਿ ਪੁਰਾਣੇ ਚਿਰਾਗ ਦੇ ਬਦਲੇ ਨਵਾਂ ਚਿਰਾਗ ਮਿਲ ਜਾਏ ਤਾਂ ਅਲਾਦੀਨ ਬਹੁਤ ਖੁਸ਼ ਹੋ ਜਾਵੇਗਾ। ਉਹਨੇ ਖੁਸ਼ੀ ਨਾਲ ਇੱਕ ਨਵਾਂ ਚਿਰਾਗ ਲੈ ਲਿੱਤਾ। ਇਹ ਬੰਦਾ ਕੋਈ ਹੋਰ ਨਹੀਂ ਬਲਕਿ ਉਹ ਸੀ ਜਿਹਨੇ ਸ਼ੁਰੂਆਤ ਵਿੱਚ ਅਲਾਦੀਨ ਨੂੰ ਗੁਫਾ ਵਿੱਚ ਬੰਦ ਕੀਤਾ ਸੀ। ਉਹਨੇ ਚਿਰਾਗ ਮਿਲਦੇ ਹੀ ਜਿਨੀ ਨੂੰ ਕਿਹਾ ਕਿ ਮਹਿਲ ਨੂੰ ਜੈਸਮੀਨ ਦੇ ਨਾਲ ਉਥੋਂ ਹਟਾ ਦਿੱਤਾ ਜਾਵੇ। ਅਲਾਦੀਨ ਜਦੋਂ ਉਸ ਸ਼ਾਮ ਮੁੜਿਆ, ਉਹਨੂੰ ਆਪਣਾ ਮਹਿਲ ਕਿਤੇ ਨਹੀਂ ਦਿਸਿਆ। ਉਹ ਸਮਝ ਗਿਆ ਕਿ ਕੁਝ ਗੜਬੜ ਹੋਈ ਹੈ। ਉਹ ਆਪਣੇ ਪੁਰਾਣੇ ਘਰ ਵਿੱਚ ਗਿਆ ਅਤੇ ਗੁਫਾ ਵਿੱਚ ਮਿਲੀ ਹੋਈ ਮੁੰਦਰੀ ਲੱਭੀ। ਉਹਨੂੰ ਉਂਗਲੀ ਵਿੱਚ ਪਾਉਂਦੇ ਹੀ ਉਹ ਵੱਡਾ ਜਿਹਾ ਜੀਵ ਫਿਰ ਹਾਜ਼ਰ ਹੋਇਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ 2 ਚੀਜ਼ਾਂ। ਮੈਨੂੰ ਜੈਸਮੀਨ ਦੇ ਕੋਲ ਲੈ ਚਲੋ। ਹੱਥੋਂ ਹੱਥ ਉਹ ਮਹਿਲ ਵਿੱਚ ਪਹੁੰਚ ਗਏ। ਕੋਈ ਉਹਨੂੰ ਵੇਖ ਨਾ ਲਵੇ, ਇਸ ਕਰਕੇ ਉਹ ਲੁਕ ਗਿਆ। ਜੈਸਮੀਨ ਉਸੇ ਬੰਦੇ ਦੀ ਸੇਵਾ ਕਰ ਰਹੀ ਸੀ ਅਤੇ ਉਹ ਚਿਰਾਗ ਵੀ ਉਹਦੇ ਹੀ ਕੋਲ ਸੀ। ਲੁਕਦੇ ਲੁਕਦੇ ਅਲਾਦੀਨ ਨੇ ਉਹ ਮੁੰਦਰੀ ਫੇਰ ਤੋਂ ਪਾ ਲਈ। ਉਹ ਵੱਡਾ ਜਿਹਾ ਜੀਵ ਫੇਰ ਆ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ ਇੱਕ ਚੀਜ਼। ਉਸ ਬਦਮਾਸ਼ ਨੂੰ ਹਮੇਸ਼ਾ ਲਈ ਗਹਿਰੀ ਨੀਂਦ ਵਿੱਚ ਸੁਲਾ ਦਿਓ।
ਛੇਤੀ ਛੇਤੀ ਉਹ ਭੱਜ ਕੇ ਜੈਸਮੀਨ ਦੇ ਕੋਲ ਆ ਗਿਆ, ਜਿਹੜੀ ਉਸ ਬੰਦੇ ਤੋਂ ਡਰੀ ਹੋਈ ਸੀ। ਅਲਾਦੀਨ ਨੂੰ ਵੇਖ ਕੇ ਉਹ ਬੜੀ ਖੁਸ਼ ਹੋਈ। ਹੁਣ ਅਲਾਦੀਨ ਨੇ ਜੈਸਮੀਨ ਨੂੰ ਪੂਰੀ ਕਹਾਣੀ ਸ਼ੁਰੂਆਤ ਤੋਂ ਦੱਸੀ ਅਤੇ ਜੈਸਮੀਨ ਸੁਣ ਕੇ ਚੌਂਕਦੀ ਰਹੀ। ਅਲਾਦੀਨ ਨੇ ਫੇਰ ਤੋਂ ਚਿਰਾਗ ਨੂੰ ਰਗੜਿਆ ਅਤੇ ਬਾਹਰ ਆਇਆ ਉਹੀ ਜਿਨੀ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਸ ਬਦਮਾਸ਼ ਨੂੰ ਇੰਨੀ ਦੂਰ ਪਹੁੰਚਾ ਦਿਓ ਕਿ ਸਾਨੂੰ ਕਦੇ ਲੱਭ ਨਾ ਸਕੇ। ਅਤੇ ਉਹ ਬੰਦਾ ਅਚਾਨਕ ਗਾਇਬ ਹੋ ਗਿਆ। ਅਲਾਦੀਨ ਨੇ ਜਿਨੀ ਨੂੰ ਉਸ ਮਹਿਲ ਨੂੰ ਆਪਣੀ ਥਾਂ ਤੇ ਪਹੁੰਚਾਉਣ ਲਈ ਕਿਹਾ। ਮਹਿਲ ਅਸਮਾਨ 'ਚ ਉੜਦਾ ਹੋਇਆ ਆਪਣੀ ਪੁਰਾਣੀ ਥਾਂ ਤੇ ਪਹੁੰਚਿਆ ਅਤੇ ਉੱਥੇ ਪਹੁੰਚ ਕੇ ਅਲਾਦੀਨ ਆਪਣੀ ਮਾਂ ਦੇ ਕੋਲ ਸੀ ਇੱਕ ਵਾਰੀ ਫੇਰ। ਅਲਾਦੀਨ, ਉਹਦੀ ਮਾਂ ਅਤੇ ਜੈਸਮੀਨ ਨਾਲ ਰਹੇ, ਹਮੇਸ਼ਾ ਖੁਸ਼ੀ-ਖੁਸ਼ੀ। ਬਹੁਤ ਪਹਿਲਾਂ ਦੀ ਗੱਲ ਹੈ। ਅਲੀ ਬਾਬਾ ਨਾਂ ਦਾ ਇੱਕ ਕਾਰਪੈਂਟਰ ਹੋਇਆ ਕਰਦਾ ਸੀ। ਉਹ ਆਪਣੀ ਵਹੁਟੀ ਨਾਲ ਗਰੀਬੀ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ। ਅਲੀ ਬਾਬਾ ਆਪਣੇ ਖੋਤੇ ਨੂੰ ਲੈ ਕੇ ਜੰਗਲ ਵਿੱਚ ਲੱਕੜੀਆਂ ਕੱਟਣ ਜਾਇਆ ਕਰਦਾ ਸੀ ਅਤੇ ਉਹਨਾਂ ਲੱਕੜੀਆਂ ਨੂੰ ਵੇਚ ਕੇ ਹੀ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਹ ਲੱਕੜੀਆਂ ਕੱਟਣ ਜੰਗਲ ਵਿੱਚ ਗਿਆ। ਉਸੇ ਵੇਲੇ ਉਹਨੂੰ ਆਵਾਜ਼ ਸੁਣਾਈ ਦਿੱਤੀ, ਘੋੜਿਆਂ ਦੀ ਇੱਕ ਟੋਲੀ ਦੀ, ਅਤੇ ਉਹਨੂੰ ਘਬਰਾਹਟ ਹੋਣ ਲੱਗੀ। ਸ਼ਾਇਦ ਇਹ ਚੋਰ ਹੈ, ਮੈਂ ਲੁਕ ਜਾਣਾ। ਖੋਤੇ ਨੂੰ ਝਾੜੀਆਂ ਦੇ ਪਿੱਛੇ ਲੁਕਾ ਕੇ ਅਲੀ ਬਾਬਾ ਪੇੜ ਉੱਤੇ ਚੜ ਗਿਆ। ਉਹ ਟੋਲੀ ਸਿੱਧੇ ਉਸ ਪੇੜ ਦੇ ਥੱਲੇ ਆ ਕੇ ਹੀ ਰੁਕੀ। ਅਲੀ ਬਾਬਾ ਨੇ ਗਿਣਤੀ ਕੀਤੀ, ਉਹ ਪੂਰੇ 40 ਸੀ। ਉਹਨਾਂ ਲੋਕਾਂ ਨੇ ਕੁਝ ਭਾਰੀ ਸਮਾਨ ਆਪਣੇ ਘੋੜਿਆਂ ਤੋਂ ਲਾਇਆ। ਅਲੀ ਬਾਬਾ ਨੂੰ ਸਮਝ ਆ ਗਿਆ ਕਿ ਉਹ ਚੋਰ ਨੇ। ਉਹਨਾਂ ਦਾ ਸਰਦਾਰ ਇੱਕ ਵੱਡੀ ਚਟਾਨ ਕੋਲ ਗਿਆ ਅਤੇ ਜ਼ੋਰ ਨਾਲ ਚਿল্ਲਾਇਆ, ਖੁੱਲ ਜਾ ਸਿਮ ਸਿਮ। ਉਸੇ ਵੇਲੇ ਕੁਝ ਅਜੀਬ ਹੋਇਆ। ਉਹ ਵੱਡੀ ਚਟਾਨ ਹਟ ਗਈ, ਜਿਵੇਂ ਇੱਕ ਗੇਟ ਹੋਵੇ, ਅਤੇ ਸਾਹਮਣੇ ਸੀ ਇੱਕ ਗੁਫਾ। ਸਾਰੇ ਚੋਰ ਇੱਕ ਕਰਕੇ ਅੰਦਰ ਗਏ ਆਪਣੇ ਭਾਰੀ ਸਮਾਨ ਦੇ ਨਾਲ। ਆਖਰੀ ਚੋਰ ਦੇ ਜਾਂਦੇ ਹੀ ਉਹ ਚਟਾਨ ਫੇਰ ਆਪਣੀ ਥਾਂ ਉੱਤੇ ਆ ਗਈ। ਅਲੀ ਬਾਬਾ ਨੂੰ ਭਰੋਸਾ ਨਹੀਂ ਹੋਇਆ, ਪਰ ਥੋੜੀ ਦੇਰ ਬਾਅਦ ਉਹ ਚਟਾਨ ਫੇਰ ਹਿੱਲੀ ਤੇ ਚੋਰ ਬਾਹਰ ਆਏ। ਉਹਨਾਂ ਦਾ ਸਰਦਾਰ ਜ਼ੋਰ ਨਾਲ ਚਿল্ਲਾਇਆ, ਬੰਦ ਹੋ ਜਾ ਸਿਮ ਸਿਮ। ਉਸ ਚਟਾਨ ਨੇ ਫੇਰ ਤੋਂ ਰਸਤਾ ਬੰਦ ਕਰ ਦਿੱਤਾ ਅਤੇ ਉਹ ਟੋਲੀ ਘੋੜਿਆਂ ਤੇ ਸਵਾਰ ਹੋ ਕੇ ਚਲੀ ਗਈ। ਅਲੀ ਬਾਬਾ ਪੇੜ ਤੋਂ ਥੱਲੇ ਉਤਰਿਆ ਅਤੇ ਸਿੱਧਾ ਚਟਾਨ ਵੱਲ ਗਿਆ। ਉਹਨੇ ਉਹੀ ਸ਼ਬਦ ਕਹੇ, ਖੁੱਲ ਜਾ ਸਿਮ ਸਿਮ। ਉਹ ਚਟਾਨ ਗੜਗੜਾਹਟ ਦੀ ਆਵਾਜ਼ ਨਾਲ ਫੇਰ ਤੋਂ ਹਟ ਗਈ। ਅਲੀ ਬਾਬਾ ਅੰਦਰ ਗਿਆ। ਅੰਦਰ ਜੋ ਸੀ ਉਹ ਵੇਖ ਕੇ ਉਹਦਾ ਸਿਰ ਘੁੰਮ ਗਿਆ। ਸੋਨੇ ਦੇ ਸਿੱਕੇ, ਹੀਰੇ, ਖਜ਼ਾਨੇ ਇੱਧਰ ਉੱਧਰ ਹੀ ਬਿਖਰੇ ਹੋਏ ਪਏ ਸੀ। ਉਹਨੇ ਚੁਣ ਕੇ 3 ਬੋਰੀਆਂ ਸੰਭਾਲ ਲਿਆ ਅਤੇ ਨਿਕਲ ਗਿਆ। ਬਾਹਰ ਉਹਨੇ ਫੇਰ ਤੋਂ ਉਹ ਬੋਲਿਆ ਜੋ ਸਰਦਾਰ ਨੇ ਬੋਲਿਆ ਸੀ, ਬੰਦ ਹੋ ਜਾ ਸਿਮ ਸਿਮ। ਉਹਨੇ ਸਾਰਾ ਸਮਾਨ ਆਪਣੇ ਖੋਤੇ ਉੱਤੇ ਰੱਖਿਆ ਅਤੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹਨੇ ਉਹ ਸਮਾਨ ਆਪਣੀ ਵਹੁਟੀ ਨੂੰ ਵਿਖਾਇਆ। ਉਹਨੂੰ ਵੀ
ਸਮਝ ਨਹੀਂ ਆਇਆ ਕਿ ਅਲੀ ਬਾਬਾ ਇਹ ਸਭ ਲਿਆਇਆ ਕਿੱਥੋਂ। ਇੰਨਾ ਸੋਨਾ ਕਿੱਥੋਂ ਮਿਲਿਆ? ਅਲੀ ਬਾਬਾ ਨੇ ਉਹਨੂੰ ਸਾਰੀ ਕਹਾਣੀ ਦੱਸੀ। ਉਹ ਸੁਣ ਕੇ ਬੜੀ ਖੁਸ਼ ਹੋਈ ਅਤੇ ਸਮਾਨ ਕੱਢਣ ਲੱਗੀ। ਚਲੋ ਗਿਣਦੇ ਹਾਂ, ਸਾਡੇ ਕੋਲ ਕਿੰਨੇ ਸਿੱਕੇ ਨੇ। ਨਹੀਂ, ਇੱਕ ਟੋਆ ਪੱਟ ਕੇ ਉਹਦੇ ਅੰਦਰ ਲੁਕਾ ਦਿੰਨੇ ਹਾਂ। ਫਿਰ ਤੁਸੀਂ ਦੱਬਣ ਵਾਸਤੇ ਥਾਂ ਬਣਾਓ ਅਤੇ ਮੈਂ ਤੁਹਾਡੇ ਭਰਾ ਕਾਸਿਮ ਕੋਲੋਂ ਭਾਂਡਾ ਲੈ ਕੇ ਆਂਦੀ ਹਾਂ। ਅਲੀ ਬਾਬਾ ਦਾ ਭਰਾ ਬੜਾ ਅਮੀਰ ਸੀ, ਪਰ ਲਾਲਚੀ ਵੀ ਸੀ। ਉਹ ਕਦੀ ਅਲੀ ਬਾਬਾ ਦੀ ਮਦਦ ਨਹੀਂ ਕਰਦਾ ਸੀ। ਇਸ ਕਰਕੇ ਅਲੀ ਬਾਬਾ ਨੇ ਕਿਹਾ, ਸਿੱਕਿਆਂ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਕਹਿਣਾ, ਕਿਸੇ ਨੂੰ ਵੀ ਨਹੀਂ। ਉਹਦੀ ਵਹੁਟੀ ਕਾਸਿਮ ਤੋਂ ਨਾਪਣ ਵਾਸਤੇ ਭਾਂਡਾ ਮੰਗਣ ਪਹੁੰਚੀ। ਕਾਸਿਮ ਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤੇ ਉਹਨੇ ਪੁੱਛਿਆ, ਤੈਨੂੰ ਕਿਉਂ ਚਾਹੀਦਾ ਹੈ? ਕੀ ਨਾਪੇਂਗੀ ਉਸ ਵਿੱਚ? ਅਲੀ ਬਾਬਾ ਦੀ ਵਹੁਟੀ ਨੇ ਕੁਝ ਝੂਠ-ਮੂਠ ਜਿਹਾ ਕਹਿ ਦਿੱਤਾ। ਕਾਸਿਮ ਨੂੰ ਉਹਦੇ ਉੱਤੇ ਭਰੋਸਾ ਨਹੀਂ ਹੋਇਆ। ਉਹਨੇ ਚੁੱਪਕੇ ਜਿਹੇ ਭਾਂਡੇ ਥੱਲੇ ਸ਼ਹਿਦ ਲਾ ਕੇ ਦੇ ਦਿੱਤਾ। ਉਸੇ ਭਾਂਡੇ ਵਿੱਚ ਸੋਨੇ ਦੇ ਸਿੱਕੇ ਨਾਪਣ ਲੱਗੇ ਦੋਨੋਂ, ਅਤੇ ਫੇਰ ਸਾਰੇ ਸਿੱਕੇ ਦੱਬ ਦਿੱਤੇ। ਉਸ ਤੋਂ ਬਾਅਦ ਅਲੀ ਬਾਬਾ ਦੀ ਵਹੁਟੀ ਕਾਸਿਮ ਨੂੰ ਭਾਂਡਾ ਮੋੜਨ ਗਈ, ਪਰ ਉਹਨੇ ਵੇਖਿਆ ਹੀ ਨਹੀਂ ਕਿ ਭਾਂਡੇ ਥੱਲੇ ਸੋਨੇ ਦਾ ਇੱਕ ਸਿੱਕਾ ਚਿਪਕ ਗਿਆ ਸੀ। ਇਹ ਬਹੁਤ ਵੱਡੀ ਗਲਤੀ ਕੀਤੀ ਸੀ ਉਹਨੇ। ਕਾਸਿਮ ਨੂੰ ਭਾਂਡਾ ਮਿਲਦੇ ਹੀ ਉਹਨੇ ਉਹਦੇ ਥੱਲੇ ਵੇਖਿਆ। ਸੋਨੇ ਦਾ ਸਿੱਕਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਕਿੱਥੋਂ ਮਿਲਿਆ ਹੋਣਾ ਅਲੀ ਬਾਬਾ ਨੂੰ ਉਹ ਸੋਨਾ? ਕਾਸਿਮ ਦੀ ਨੀਂਦ ਉੜ ਗਈ। ਸਵੇਰ ਹੁੰਦੇ ਹੀ ਉਹ ਅਲੀ ਬਾਬਾ ਦੇ ਘਰ ਗਿਆ ਅਤੇ ਉਹਨੂੰ ਭਾਂਡੇ ਦੇ ਥੱਲੇ ਲੱਗਿਆ ਹੋਇਆ ਸਿੱਕਾ ਵਿਖਾਇਆ। ਅਲੀ ਬਾਬਾ, ਤੂੰ ਸੋਨਾ ਮੁੱਲ ਤਾਂ ਨਹੀਂ ਲੈ ਸਕਦਾ। ਕਿੱਥੋਂ ਆਇਆ ਇਹ ਸੋਨਾ? ਦੱਸ ਮੈਨੂੰ। ਅਲੀ ਬਾਬਾ ਨੇ ਕਾਸਿਮ ਨੂੰ ਸਾਰੀ ਕਹਾਣੀ ਦੱਸੀ ਤਾਂ ਕਿ ਉਹ ਕਿਸੇ ਹੋਰ ਨੂੰ ਨਾ ਦੱਸੇ। ਜੇ ਤੂੰ ਮੈਨੂੰ ਉਸ ਥਾਂ ਤੇ ਨਹੀਂ ਲੈ ਕੇ ਗਿਆ ਤਾਂ ਮੈਂ ਚੋਰਾਂ ਨੂੰ ਦੱਸ ਦਿਆਂਗਾ ਤੂੰ ਕੀ ਕੀਤਾ ਹੈ। ਪਰ ਕਾਸਿਮ, ਅਲੀ ਬਾਬਾ ਨੂੰ ਪਤਾ ਸੀ ਕਿ ਕਾਸਿਮ ਸੱਚੀ ਹੀ ਦੱਸ ਦੇਵੇਗਾ। ਉਹਨੂੰ ਕਾਸਿਮ ਨੂੰ ਉੱਥੇ ਲੈ ਕੇ ਜਾਣਾ ਹੀ ਪਿਆ। ਉਹ ਗੁਫਾ ਇਸੇ ਪਹਾੜੀ ਦੇ ਪਿੱਛੇ ਹੈ। ਚਲੋ ਇੱਥੋਂ ਛੇਤੀ ਚਲੀਏ, ਕਿਤੇ ਉਹ ਚੋਰ ਫੇਰ ਨਾ ਆ ਜਾਣ। ਦੋਨੋਂ ਵਾਪਸ ਘਰ ਮੁੜ ਆਏ, ਪਰ ਕਾਸਿਮ ਦਾ ਧਿਆਨ ਉੱਥੇ ਗੁਫਾ ਵਿੱਚ ਹੀ ਸੀ। ਉਹ ਹੱਥੋਂ ਹੱਥ 2 ਖੋਤੇ ਲੈ ਕੇ ਗੁਫਾ ਕੋਲ ਪਹੁੰਚਿਆ। ਉੱਥੇ ਪਹੁੰਚਦੇ ਹੀ ਉਹਨੇ ਉਹ ਸ਼ਬਦ ਦੁਹਰਾਏ ਜਿਹੜੇ ਅਲੀ ਬਾਬਾ ਨੇ ਦੱਸੇ ਸੀ। ਖੁੱਲ ਜਾ ਸਿਮ ਸਿਮ। ਉਹ ਚਟਾਨ ਹਟ ਗਈ ਅਤੇ ਰਸਤਾ ਖੁੱਲ ਗਿਆ। ਕਾਸਿਮ ਨੂੰ ਭਰੋਸਾ ਨਹੀਂ ਹੋਇਆ। ਅੰਦਰ ਦਾ ਨਜ਼ਾਰਾ ਵੇਖ ਕੇ ਉਹ ਹੱਕਾ ਵੱਕਾ ਰਹਿ ਗਿਆ। ਇੰਨਾ ਸੋਨਾ ਵੇਖ ਕੇ ਉਹਦਾ ਦਿਮਾਗ ਖਰਾਬ ਹੋ ਗਿਆ। ਉਹਨੇ ਛੇਤੀ ਸੋਨਾ ਭਰਿਆ ਆਪਣੇ ਝੋਲੇ ਵਿੱਚ। ਜਦੋਂ ਥਾਂ ਨਹੀਂ ਬਚੀ, ਉਹ ਬਾਹਰ ਨਿਕਲਣ ਲੱਗਿਆ, ਪਰ ਗੁਫਾ ਤਾਂ ਚਟਾਨ ਨਾਲ ਬੰਦ ਸੀ ਅਤੇ ਉਹਨੂੰ ਖੋਲ੍ਹਣ ਵਾਸਤੇ ਉਹਨੇ ਜੋ ਸ਼ਬਦ ਬੋਲਨੇ ਸੀ ਉਹ ਉਹਨੂੰ ਯਾਦ ਨਹੀਂ ਆ ਰਹੇ ਸੀ ਤੇ ਉਹ ਕੁਝ ਵੀ ਪੁੱਠਾ ਸਿੱਧਾ ਬੋਲਣ ਲੱਗ ਪਿਆ। ਖੁੱਲ ਜਾ ਟਿਮ ਟਿਮ, ਖੁੱਲ ਜਾ ਕੁਮ ਕੁਮ, ਖੁੱਲ ਜਾ ਜਿਮ ਜਿਮ। ਉਹ ਬਹੁਤ ਕੁਝ ਬੋਲਿਆ, ਪਰ ਚਟਾਨ ਟਸ ਤੋਂ ਮਸ ਨਹੀਂ ਹੋਈ। ਉਹ ਘਬਰਾਇਆ ਹੋਇਆ ਸੀ। ਉਹਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਐਨੀ ਦੇਰ ਵਿੱਚ ਚੋਰ ਗੁਫਾ ਕੋਲ ਪਹੁੰਚ ਗਏ। ਉਹਨਾਂ ਨੂੰ ਕਾਸਿਮ ਦਾ ਖੋਤਾ ਵੇਖ ਕੇ ਸ਼ੱਕ ਹੋਇਆ ਅਤੇ ਉਹਨਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ। ਖੁੱਲ ਜਾ ਸਿਮ ਸਿਮ। ਰਸਤਾ ਖੁੱਲਦੇ ਹੀ ਚੋਰਾਂ ਨੇ ਕਾਸਿਮ ਨੂੰ ਫੜ ਲਿਆ ਅਤੇ ਉਹਨੂੰ ਸਜ਼ਾ ਦਿੱਤੀ। ਤਾਂ ਇਹ ਚੋਰ ਸਾਡੀ ਚੋਰੀ ਕਰ ਰਿਹਾ ਸੀ। ਦੇਰ ਰਾਤ ਹੋਣ ਤੋਂ ਬਾਅਦ ਵੀ ਜਦੋਂ ਕਾਸਿਮ ਘਰ ਨਹੀਂ ਮੁੜਿਆ ਤਾਂ ਉਹਦੀ ਵਹੁਟੀ ਨੂੰ ਫਿਕਰ ਹੋਣ ਲੱਗੀ। ਉਹਨੇ ਅਲੀ ਬਾਬਾ ਕੋਲੋਂ ਮਦਦ ਮੰਗੀ। ਅਲੀ ਬਾਬਾ ਨੂੰ ਵੀ ਕਾਸਿਮ ਦੀ ਫਿਕਰ ਸੀ। ਉਹ ਗੁਫਾ ਕੋਲ ਪਹੁੰਚਿਆ ਤਾਂ ਉਹਨੂੰ ਕਾਸਿਮ ਦੇ ਖੋਤੇ ਦਿਸੇ। ਤਾਂ ਉਹ ਸਮਝ ਗਿਆ ਕਿ ਕਾਸਿਮ ਨੂੰ ਚੋਰਾਂ ਨੇ ਮਾਰ ਦਿੱਤਾ ਹੋਵੇਗਾ।
ਉਹਨੇ ਆਪਣੀ ਬੋਟੀ ਨੂੰ ਸਭ ਕੁਝ ਦੱਸਿਆ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ। ਕੁਝ ਦਿਨਾਂ ਬਾਅਦ ਅਲੀ ਬਾਬਾ ਅਤੇ ਉਹਦੀ ਬੋਟੀ ਕਾਸਿਮ ਦੇ ਘਰ ਵਿੱਚ ਰਹਿਣ ਲੱਗੇ। ਉਹਨਾਂ ਨੇ ਉਹਦਾ ਕੰਮਕਾਜ ਸੰਭ ਲਿਆ ਅਤੇ ਬੜੀ ਤਰੱਕੀ ਕੀਤੀ। ਉਹ ਬਹੁਤ ਅਮੀਰ ਹੋ ਗਏ। ਕੁਝ ਦਿਨਾਂ ਬਾਅਦ ਚੋਰਾਂ ਦੇ ਸਰਦਾਰ ਨੂੰ ਸਮਝ ਆਇਆ ਕਿ ਗੁਫਾ ਵਿੱਚੋਂ ਦਿਨ ਬ ਦਿਨ ਸੋਨਾ ਘੱਟ ਹੁੰਦਾ ਜਾ ਰਿਹਾ ਸੀ ਤੇ ਉਹਨੇ ਇੱਕ ਚੋਰ ਨੂੰ ਧਿਆਨ ਰੱਖਣ ਵਾਸਤੇ ਕਿਹਾ। ਸ਼ਹਿਰ 'ਚ ਜਾਓ ਤੇ ਵੇਖੋ ਕੀ ਕੋਈ ਏਦਾਂ ਦਾ ਹੈ ਜੋ ਨਵਾਂ ਅਮੀਰ ਬਣਿਆ ਹੋਵੇ ਤੇ ਬਹੁਤ ਜ਼ਿਆਦਾ ਖਰਚਾ ਕਰ ਰਿਹਾ ਹੋਵੇ। ਉਸ ਚੋਰ ਦੀ ਨਜ਼ਰ ਪਈ ਅਲੀ ਬਾਬਾ ਉੱਤੇ, ਜਿਹੜਾ ਸੋਨੇ ਦੇ ਸਿੱਕੇ ਲੈ ਕੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਉਹਨੇ ਅਲੀ ਬਾਬਾ ਦਾ ਪਿੱਛਾ ਕੀਤਾ। ਅਲੀ ਬਾਬਾ ਦੇ ਘਰ ਦੇ ਅੰਦਰ ਜਾਂਦੇ ਹੀ ਚੋਰ ਨੇ ਅਲੀ ਬਾਬਾ ਦੇ ਬੂਹੇ ਉੱਤੇ ਨਿਸ਼ਾਨ ਬਣਾ ਦਿੱਤਾ। ਸ਼ਾਮ ਵੇਲੇ ਜਦੋਂ ਕਾਸਿਮ ਦੀ ਬੋਟੀ ਘੋੜਿਆਂ ਨੂੰ ਪਾਣੀ ਪਿਲਾਉਣ ਵਾਸਤੇ ਗਈ ਤਾਂ ਉਹਨੇ ਉਹ ਨਿਸ਼ਾਨ ਵੇਖਿਆ। ਉਹਨੂੰ ਸਮਝ ਆ ਗਿਆ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਤੇ ਉਹਨੇ ਰੰਗ ਲੈ ਕੇ ਆਲੇ ਦੁਆਲੇ ਸਾਰੇ ਬੂਹਿਆਂ ਉੱਤੇ ਉਹਦੇ ਵਰਗੇ ਹੀ ਨਿਸ਼ਾਨ ਬਣਾ ਦਿੱਤੇ। ਸਵੇਰ ਹੁੰਦੇ ਹੀ 40 ਚੋਰਾਂ ਦੀ ਟੋਲੀ ਅਲੀ ਬਾਬਾ ਦਾ ਘਰ ਲੱਭਣ ਆਈ ਤੇ ਉਹਨਾਂ ਨੂੰ ਹਰ ਬੂਹੇ ਉੱਤੇ ਉਹਦਾ ਦਾ ਹੀ ਨਿਸ਼ਾਨ ਦੱਸਿਆ ਅਤੇ ਉਹ ਹਾਰ ਕੇ ਵਾਪਸ ਮੁੜ ਗਏ। ਪਰ ਉਹਨਾਂ ਦਾ ਸਰਦਾਰ ਜਿੱਦੀ ਸੀ। ਉਹਨੇ ਭੇਸ ਬਦਲ ਕੇ ਉਹਨੂੰ ਲੱਭਣਾ ਸ਼ੁਰੂ ਕੀਤਾ ਅਤੇ ਚੁੱਪਚਾਪ ਉਹ ਪਹੁੰਚਿਆ ਅਲੀ ਬਾਬਾ ਦੇ ਘਰ। ਬੂਹਾ ਖੜਕਾਇਆ ਤਾਂ ਅਲੀ ਬਾਬਾ ਨੇ ਖੋਲ੍ਹਿਆ। ਮੈਂ ਬਹੁਤ ਦੂਰੋਂ ਆਇਆ ਹਾਂ। ਮੈਂ ਤੇਲ ਵੇਚਣ ਨਿਕਲਿਆ ਸੀ। ਸੁਣਿਆ ਤੁਸੀਂ ਇੱਥੋਂ ਦੇ ਸਭ ਤੋਂ ਅਮੀਰ ਇਨਸਾਨ ਹੋ। ਤੇਲ ਬਹੁਤ ਹੀ ਵਧੀਆ ਹੈ, ਖਰੀਦੋਗੇ? ਅਲੀ ਬਾਬਾ ਨੇ ਸਰਦਾਰ ਨੂੰ ਤੇਲ ਦਾ ਵਪਾਰੀ ਸਮਝ ਕੇ ਉਹਨੂੰ ਰਾਤ ਦੇ ਖਾਣ ਉੱਤੇ ਆਉਣ ਵਾਸਤੇ ਕਿਹਾ। ਤੇਲ ਦੀਆਂ 40 ਬਰਨੀਆਂ ਲੈ ਕੇ ਉਹ ਅਲੀ ਬਾਬਾ ਦੇ ਘਰ ਪਹੁੰਚਿਆ। ਅਲੀ ਬਾਬਾ ਨੇ ਉਹਦੀ ਬਹੁਤ ਖਾਤਰਦਾਰੀ ਕੀਤੀ। ਰਾਤ ਨੂੰ ਉੱਥੇ ਹੀ ਰੁਕਣ ਦੀ ਸਲਾਹ ਦੇਣ ਤੇ ਸਰਦਾਰ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਜਦੋਂ ਉਹ ਦੋਨੋਂ ਖਾਣਾ ਖਾ ਰਹੇ ਸੀ, ਕਾਸਿਮ ਦੀ ਬੋਟੀ ਤੇਲ ਦੀਆਂ ਬਰਨੀਆਂ ਵੇਖਣ ਗਈ। ਉਹਨੂੰ ਕੁਝ ਆਵਾਜ਼ ਸੁਣਾਈ ਦਿੱਤੀ। ਅਸੀਂ ਬਾਹਰ ਨਿਕਲੀਏ? ਨਹੀਂ ਥੋੜੀ ਦੇਰ ਹੋਰ। ਤਾਂ ਉਹਨੂੰ ਇਹ ਸਮਝ ਆ ਗਿਆ ਬਰਨੀਆਂ ਵਿੱਚ ਤੇਲ ਨਹੀਂ ਹੈ ਬਲਕਿ ਚੋਰ ਲੁਕੇ ਨੇ ਅਤੇ ਉਹ ਇੱਥੇ ਕਿਉਂ ਆਏ ਨੇ। ਉਹ ਰਸੋਈ ਵਿੱਚ ਗਈ ਅਤੇ ਬਹੁਤ ਸਾਰਾ ਤੇਲ ਗਰਮ ਕੀਤਾ ਅਤੇ ਹਰ ਇੱਕ ਬਰਨੀ ਵਿੱਚ ਗਰਮ ਤੇਲ ਪਾ ਦਿੱਤਾ। ਅੰਦਰ ਬੈਠੇ ਚੋਰਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਕੁਝ ਕਰ ਵੀ ਨਹੀਂ ਸਕੇ। ਦੇਰ ਰਾਤ ਸਾਰਿਆਂ ਦੇ ਸੌਣ ਪਿੱਛੋਂ ਸਰਦਾਰ ਉਹਨਾਂ ਕੋਲ ਆਇਆ। ਹੁਣ ਬਾਹਰ ਆ ਜਾਓ। ਉਹਨੂੰ ਕੋਈ ਵੀ ਹਰਕਤ ਨਹੀਂ ਦਿਸੀ ਤਾਂ ਉਹ ਫੇਰ ਬੋਲਿਆ। ਸੌਂ ਗਏ ਕੀ? ਉਹਨੇ ਫੇਰ ਕਿਹਾ ਪਰ ਕੋਈ ਜਵਾਬ ਨਹੀਂ ਮਿਲਿਆ ਤੇ ਉਹਨੇ ਇੱਕ ਬਰਨੀ ਖੋਲ ਕੇ ਵੇਖੀ। ਉਹਨੇ ਜੋ ਵੇਖਿਆ ਉਹ ਵੇਖ ਕੇ ਉਹਦਾ ਦਿਲ ਬਹਿ ਗਿਆ। ਕਿਤੇ ਉਹ ਵੀ ਨਾ ਫੜਿਆ ਜਾਵੇ ਇਹ ਸੋਚ ਕੇ ਉਹ ਡਰ ਗਿਆ ਅਤੇ ਉੱਥੋਂ ਭੱਜਿਆ ਤੇ ਫੇਰ ਕਦੇ ਮੁੜ ਕੇ ਵਾਪਸ ਨਹੀਂ ਆਇਆ। ਅਗਲੀ ਸਵੇਰ ਕਾਸਿਮ ਦੀ ਬੋਟੀ ਨੇ ਅਲੀ ਬਾਬਾ ਨੂੰ ਇਸ ਹਾਦਸੇ ਬਾਰੇ ਸਭ ਕੁਝ ਦੱਸਿਆ। ਹੁਣ ਉਹ ਬਿਨਾਂ ਚੋਰਾਂ ਦੀ ਫਿਕਰ ਕੀਤੇ ਪੂਰੇ ਪਰਿਵਾਰ ਨਾਲ ਹਸੀ ਖੁਸ਼ੀ ਜੀਵਨ ਬਿਤਾਉਣ ਲੱਗੇ।